अस्सलाम वालेकुम। उम्मीद है तुसी सारे खैरियत नाल होंगे। ते अज साडे नाल साडे दोस्त अरसलान संधू साहब मौजूद ने। पहला भी इन्हां दा इंटरव्यू शाया होया चैनल ते। अस्सलाम वालेकुम। वालेकुम सलाम बासिल भाई, क्या हाल चाल? ठीक ठाक अरसलान भाई, तुसी सुनाओ ठीक ठाक हो? जी अल्लाह दी रहमत अल्हम्दुलिल्लाह ठीक ठाक, शुक्र अल्लाह अज दा। जेह्ड़े टॉपिक ते असीं गल करनी ओह् अस्काते हमल, यानी कि जेह्ड़े जानवर है गब्बन हुंदे फिर बच्चा सिट दिंदे है, इहदी की वजह? इस टॉपिक ते अज गल करांगे अरसलान भाई नाल। ते अरसलान भाई अजकल बरसात भी हैगी है ते केसेस बड़े रिपोर्ट हो रहे हैं। दो केसेस बड़े रिपोर्ट हो रहे हैं, या तो जानवर ठहरदा नहीं है या फिर ठहरदा ते अस्काते हमल हो जाता है, इहदी की वजह है? बासिल भाई ये ਜਿਹੜਾ ਹੈ ਨਾ ਅਬੋਰਸ਼ਨਸ, ਇਹਦੀ ਡਿਫਰੈਂਟ ਰੀਜ਼ਨਸ ਹੈ। ਇੱਕ ਤੇ ਹੈ ਕਿ ਅਗਰ ਤੁਹਾਡੇ ਹਾਰਟ ਦਾਨ ਖਾਸਤਾ ਆਈਬੀਆਰ ਹੈ, ਬਰੂਸਿਲੋਸਿਸ ਹੈ ਜਾਂ ਕੋਈ ਹੋਰ ਹੈ, ਕਿਉਂਕਿ ਇਹਦੇ ਤਿੰਨ ਚਾਰ ਕੀ ਕਹਿੰਦੇ ਆ ਸੀ ਰੀਜ਼ਨਸ ਹੋ ਸਕਦੀਆਂ ਨੇ। ਇੱਕ ਤੇ ਹੈ ਵਾ ਡਿਜ਼ੀਜ਼ ਇਸ਼ੂ, डिजीज इशू। ਬਰੂਸਿਲੋਸਿਸ ਹੋ ਗਿਆ, ਲਾਸਟ ਟ੍ਰਾਈਮੈਸਟਰ ਵਿੱਚ ਜਾ ਕੇ ਜਾਨਵਰ ਤੁਹਾਡਾ ਬੱਚਾ ਸੁੱਟ ਦੇਗਾ। ਆਈਬੀਆਰ ਹੋ ਗਿਆ, ਜਾਂ ਕੋਈ ਸਕੈਂਡਰੀ ਇਨਫੈਕਸ਼ਨ ਹੋ ਜਾਂਦੀ ਹੈ, ਉਹਦੀ ਵਜ੍ਹਾ ਤੋਂ ਵੀ ਹੋ ਜਾਂਦਾ ਹੈ। ਦੂਸਰਾ ਹੈ ਕਿ ਇਨਵਾਇਰਨਮੈਂਟਲ ਸਟ੍ਰੈਸ, ਜਿਸ ਤਰ੍ਹਾਂ ਅੱਜ ਕੱਲ੍ਹ ਤੁਸੀਂ ਖੁਦ ਹੀ ਦੱਸਿਆ ਹੈ ਕਿ ਬਰਸਾਤ ਹੈ, ਬਰਸਾਤ ਦੇ ਨਾਲ ਬਾਅਦ ਇਲਾਕਿਆਂ ਦੇ ਵਿੱਚ ਸੈਲਾਬ ਦੀ ਵਜ੍ਹਾ ਤੋਂ ਹਿਊਮਿਡਿਟੀ ਦਾ ਲੈਵਲ ਬਹੁਤ ਹਾਈ ਹੈਗਾ ਹੈ। ਉਹਦੀ ਵਜ੍ਹਾ ਤੋਂ ਵੀ ਜਾਨਵਰ ਨੂੰ ਜਦੋਂ ਰੈਸਪੀਰੇਸ਼ਨ ਸਟ੍ਰੈਸ ਆਉਂਦੀ ਹੈ, ਤੇ ਜ਼ਾਹਰੀ ਗੱਲ ਹੈ ਜਦੋਂ ਜਾਨਵਰ ਨੂੰ ਕੋਈ ਸਟ੍ਰੈਸ ਹੋਣੀ ਹੈ, ਕੋਈ ਨਾ ਕੋਈ ਵੀ ਉਹਦਾ ਆਊਟਪੁੱਟ ਤਾਂ ਨਿਕਲਣਾ ਹੀ। ਤੇ ਕੁਝ ਜਾਨਵਰ ਸਰਵਾਈਵ ਕਰ ਜਾਂਦੇ ਨੇ, ਕੁਝ ਜਿਹੜੇ ਆ ਸਪੈਸ਼ਲੀ ਐਗਜ਼ੋਟਿਕ ਬਰੀਡਸ ਨੇ ਜਿਹੜੀਆਂ ਸਾਡੇ ਕੋਲ ਫਾਰਮਰਸ ਨੇ ਰੱਖੀਆਂ ਹੋਈਆਂ, ਉਹ ਅਗਰ ਉਹਨਾਂ ਦੀ ਮੈਨੇਜਮੈਂਟ ਪ੍ਰੋਪਰ ਨਾ ਕੀਤੀ ਜਾਵੇ, ਵੈਂਟੀਲੇਸ਼ਨ ਨਾ ਕੀਤੀ ਜਾਵੇ, ਤੇ ਉਹ ਵੀ ਅਬੋਰਸ਼ਨ ਕਰ ਸਕਦੇ ਨੇ। ਤੀਸਰੀ ਰੀਜ਼ਨ ਇਹਦੀ ਹੈਗੀ ਹੈ ਨਿਊਟ੍ਰੀਸ਼ਨਲ। ਉਹਦੇ ਵਿੱਚ ਅਗਰ ਤੁਹਾਡਾ ਵਾਈਟਾਮਿਨ ਪ੍ਰੀਮਿਕਸ ਜਿਹੜਾ ਹੈ, ਮਿਨਰਲ ਪ੍ਰੀਮਿਕਸ ਜਿਹੜਾ ਉਹ ਅਗਰ ਅੱਛਾ ਨਹੀਂ ਹੈ, ਉਹਦੇ ਵਿੱਚ ਜਿਹੜੀ ਪ੍ਰੋਪੋਰਸ਼ਨ ਹੁੰਦੀ ਹੈ ਵਾਈਟਾਮਿਨ ਈ ਦੀ, ਏ ਦੀ, ਔਰ ਜਿਹੜੇ ਦੀਗਰ ਹੁੰਦੇ ਨੇ, ਅਗਰ ਉਹ ਸਹੀ ਤਰ੍ਹਾਂ ਉਹਦੀ ਫਾਰਮੂਲੇਸ਼ਨ ਨਹੀਂ ਹੋਈ, ਉਹ ਵੀ ਜਿਹੜਾ ਹੈ ਤੁਹਾਡੇ ਜਾਨਵਰਾਂ ਨੂੰ ਮਸਲਾ ਬਣਾਉਂਦਾ ਹੈ। ਉਹਦੀ ਵਜ੍ਹਾ ਤੋਂ ਵੀ ਹੋ ਸਕਦਾ ਹੈ। ਚੌਥੀ ਰੀਜ਼ਨ ਹੈ ਕਿ ਜਿਹੜਾ ਤੁਸੀਂ ਸਾਈਲੇਜ ਵਗੈਰਾ ਦੇ ਰਹੇ ਹੋ, ਉਹਦੇ ਵਿੱਚ ਮਾਈਕੋਟੌਕਸਿਨਸ ਵਗੈਰਾ ਤਾਂ ਨਹੀਂ ਹੈ। ਅਗਰ ਤੇ ਮਾਈਕੋਟੌਕਸਿਨਸ ਹੋਣਗੇ, ਜਾਂ ਤੁਸੀਂ ਜਿਹੜਾ ਚਾਰਾ ਦੇ ਰਹੇ ਹੋ, ਚਾਰਾ ਜਾਂ ਸਾਈਲੇਜ, ਉਹਦੇ ਵਿੱਚ ਅਗਰ ਟੌਕਸਿਨਸ ਹੋਣਗੇ, ਮਾਈਕੋਟੌਕਸਿਨਸ, ਉਹਦੀ ਵਜ੍ਹਾ ਤੋਂ ਵੀ ਜਿਹੜਾ ਇਹ ਜਾਨਵਰ ਜਿਹੜਾ ਹੈ ਬੱਚਾ ਸੁੱਟ ਜਾਂਦਾ ਹੈ। ਤੇ ਜਿਹੜਾ ਸਾਡਾ ਆਮ ਕਿਸਾਨ ਹੈ ਜ਼ਮੀਨਦਾਰ, ਇਹਨੂੰ ਕਿਹੜੇ ਇਕਦਾਮਾਤ ਉਠਾਉਣੇ ਚਾਹੀਦੇ ਹੈ? ਇੱਕ ਤਾਂ ਇਹਨਾਂ ਦੀ ਗਾਵਾਂ ਜਾਂ ਮੱਝਾਂ ਨਾ ਫਿਰਨ, ਦੂਸਰਾ ਅਸਕਾਤੇ ਹਮਲ ਜਿਹੜੀ ਹੈ ਉਹ ਮਤਲਬ ਉਹਦਾ ਤਦਾਰਕ ਹੋ ਜਾਵੇ। ਇਹ ਤਾਂ ਸਭ ਤੋਂ ਬਿਹਤਰ ਹੱਲ ਇਹ ਹੀ ਹੈ ਕਿ ਜਿਸ ਬੰਦੇ ਨੇ ਵੀ ਜਾਨਵਰ ਰੱਖੇ ਹੋਏ ਨੇ ਨਾ, ਉਹਨੂੰ ਪਤਾ ਹੈ ਕਿ ਮੈਂ ਆਪਣੇ ਜਾਨਵਰ ਕਿਸ ਤਰ੍ਹਾਂ ਰੱਖੇ ਹੋਏ ਨੇ। ਮੈਂ ਜਾਂ ਤੁਸੀਂ ਅਸੀਂ ਜਾ ਕੇ ਨਹੀਂ ਉਹਨੂੰ ਵੇਖਣਾ, ਅਸੀਂ ਜਾਵਾਂਗੇ ਵਿਜ਼ਿਟ ਤੇ ਜਾਂ ਉਹਨੂੰ ਦੱਸ ਦਿਆਂਗੇ। ਉਸ ਬੰਦੇ ਤੇ ਹੀ ਡਿਪੈਂਡ ਕਰਦਾ ਹੈ ਕਿ ਉਹਨੇ ਅਬੋਰਸ਼ਨ ਕਰਾਉਣੇ ਨੇ ਜਾਂ ਰੋਕਣੇ ਨੇ। ਅਗਰ ਉਹ ਚਾਹੁੰਦਾ ਹੈ ਕਿ ਮੈਂ ਆਪਣੇ ਅਬੋਰਸ਼ਨਸ ਰੋਕਣੇ ਨੇ, ਉਹਨੂੰ ਚਾਹੀਦਾ ਹੈ ਕਿ ਆਪਣੇ ਜਾਨਵਰਾਂ ਦੀ ਖੁਰਾਕ ਬਿਹਤਰ ਕਰੇ। ਸਭ ਤੋਂ ਅਹਿਮ ਸ਼ੈ ਖੁਰਾਕ ਬਿਹਤਰ ਕਰੇ। ਖੁਰਾਕ ਬਿਹਤਰ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਯਾਰ ਫਲਾਂ ਕੰਪਨੀ ਦਾ ਸਾਈਲੇਜ ਬਹੁਤ ਅੱਛਾ ਹੈ, ਉਹ ਬੜੀ ਮਸ਼ਹੂਰ ਹੈ, ਮੈਂ ਉਹ ਲੈ ਲਾਂ, ਮੈਂ ਫਲਾਨੀ ਕੰਪਨੀ ਦਾ ਜਿਹੜਾ ਹੈ ਮਿਨਰਲ ਪਾ ਦੇਵਾਂ। ਨਹੀਂ, ਜਿਹੜਾ ਤੁਹਾਡੇ ਜਾਨਵਰ ਨੂੰ ਜ਼ਰੂਰਤ ਹੈ ਨਾ, ਉਹ ਚਾਹੇ ਲੋਕਲ ਕੰਪਨੀ ਬਣਾ ਰਹੀ ਹੈ ਜਾਂ ਇੰਟਰਨੈਸ਼ਨਲ ਕੰਪਨੀ ਬਣਾ ਰਹੀ ਹੈ, ਉਸ ਜਾਨਵਰ ਨੂੰ ਉਸ ਸਟੇਜ ਤੇ ਉਹੀ ਦਿਓ। ਠੀਕ ਹੈ ਨਾ। ਅਗਰ ਜਾਨਵਰ ਨੂੰ ਜ਼ਰੂਰਤ ਨਹੀਂ ਹੈ, ਤੁਸੀਂ ਬਹੁਤ ਮਹਿੰਗਾ ਮਿਨਰਲ ਦੇ ਰਹੇ ਹੋ, ਉਹਨੂੰ ਜ਼ਰੂਰਤ ਨਹੀਂ ਹੈ, ਬਜਾਏ ਫਾਇਦੇ ਦੇ ਉਹਨੇ ਤੁਹਾਡੀ ਜੇਬ ਤੇ ਨੁਕਸਾਨ ਹੀ ਕਰਨਾ ਹੈ। ਅਗਰ ਉਹਨੂੰ ਜ਼ਰੂਰਤ ਹੈ ਤੇ ਫਿਰ ਦਿਓ। ਉਸੇ ਹਿਸਾਬ ਨਾਲ ਉਹਦੇ ਸਾਈਲੇਜ, ਉਹਦਾ ਚਾਰਾ ਵਗੈਰਾ ਉਸ ਹਿਸਾਬ ਨਾਲ ਵੇਖੋ ਕਿ ਜਿਹੜਾ ਅਸੀਂ ਸਾਈਲੇਜ ਦੇ ਰਹੇ ਹਾਂ, ਉਹਦੇ ਲੈਬ ਟੈਸਟ ਕਰਾ ਲਵੋ ਕਿ ਇਹਦੇ ਵਿੱਚ ਮਾਈਕੋਟੌਕਸਿਨਸ ਨਹੀਂ ਹੈ। ਔਰ ਸਾਈਲੇਜ ਵਿੱਚ ਮਤਲਬ ਮਾਈਕੋਟੌਕਸਿਨ ਤੁਹਾਡਾ ਮਤਲਬ ਉਹਦੇ ਅੰਦਰ ਫੰਗਸ ਨਹੀਂ ਹੈ? ਫੰਗਸ ਹੋਰ ਚੀਜ਼ ਹੈ, ਮਾਈਕੋਟੌਕਸਿਨਸ ਹੋਰ ਚੀਜ਼ ਨੇ। ਫੰਗਸ ਤੇ ਨਜ਼ਰ ਆ ਜਾਂਦੀ ਹੈ, ਸਾਈਲੇਜ ਖਰਾਬ ਹੋਇਆ ਹੁੰਦਾ ਹੈ। ਜਿਹੜਾ ਮਾਈਕੋਟੌਕਸਿਨਸ ਹੈ ਨਾ, ਉਹ ਲੈਬ ਟੈਸਟ ਤੋਂ ਬਗੈਰ ਤੁਸੀਂ ਉਹਨੂੰ ਨਹੀਂ ਵੇਖ ਸਕਦੇ। ਤੁਸੀਂ ਸਿਰਫ ਇੱਕ ਅੰਦਾਜ਼ਾ ਕਰ ਸਕਦੇ ਕਿ ਯਾਰ ਸਾਈਲੇਜ ਦੀ ਸਮੈਲ ਠੀਕ ਨਹੀਂ ਹੈ। ਜਿਹੜਾ ਮਾਈਕੋਟੌਕਸਿਨ ਹੈ ਕੀ ਨੁਕਸਾਨ ਦੇਗਾ ਡੰਗਰ ਨੂੰ? ਇਹ ਤੁਹਾਡੇ ਜਾਨਵਰ ਨੂੰ ਅਬੋਰਸ਼ਨਸ ਕਰਾਏਗਾ। ਅੱਛਾ, ਅਬੋਰਸ਼ਨ ਕਰਾਏਗਾ। ਠੀਕ ਆ। ਹੋਰ ਰੀਪਰੋਡਕਟਿਵ ਉਹਦੇ ਵਿੱਚ ਇਸ਼ੂਜ਼ ਵਿੱਚ ਆ ਜਾਏਗਾ। ਰਿਪੀਟ ਬਰੀਡਰ, ਜਾਨਵਰ ਨੂੰ ਤੁਸੀਂ ਬਾਰ-ਬਾਰ ਬਰੀਡ ਕਰਾਉਂਦੇ ਹੋ, ਜਾਨਵਰ ਨਹੀਂ ਠਹਿਰੇਗਾ ਤੁਹਾਡਾ, ਨਹੀਂ ਠਹਿਰੇਗਾ। ਕਿਉਂ? ਮਾਈਕੋਟੌਕਸਿਨਸ ਡਾਇਰੈਕਟਲੀ ਰੀਪਰੋਡਕਟਿਵ ਇਸ਼ੂਜ਼ ਔਰ ਹੈਲਥ ਦੇ ਨਾਲ ਰਿਲੇਟ ਕਰਦੇ ਨੇ। ਬਿਲਕੁਲ ਸਹੀ। ਅਗਰ ਤੁਸੀਂ ਜਾਨਵਰ ਨੂੰ ਅੱਛਾ ਪ੍ਰੀਮਿਕਸ ਦੇ ਰਹੇ ਹੋ, ਮਿਨਰਲ ਪ੍ਰੀਮਿਕਸ ਦੇ ਰਹੇ ਹੋ, ਤੁਹਾਡਾ ਮੈਨੇਜਮੈਂਟ ਬਹੁਤ ਅੱਛੀ ਹੈ, ਬਟ ਤੁਹਾਡਾ ਫਾਰਮ ਹੈ, ਉਹਦੀ ਤੁਸੀਂ ਵੈਂਟੀਲੇਸ਼ਨ ਅੱਛੀ ਨਹੀਂ ਕੀਤੀ ਹੈ, ਤੁਸੀਂ ਐਗਜ਼ੋਟਿਕ ਬਰੀਡ ਰੱਖੀ ਹੈ, ਉਹਨਾਂ ਵਾਸਤੇ ਕੂਲਿੰਗ ਸਿਸਟਮ ਨਹੀਂ ਹੈ, ਤੁਹਾਡਾ ਸਾਰਾ ਕੁਝ ਜਿਹੜਾ ਹੈ ਤੁਸੀਂ ਹੋ ਜਾਏਗਾ।
ਠੀਕ ਹੋ ਇਹ ਗਿਆ। ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਇੰਟਰਲਿੰਕ ਹੈਗੀਆਂ ਨੇ, ਉਹਨਾਂ ਨੂੰ ਤੁਸੀਂ ਜਿੰਨੀ ਦੇਰ ਤੱਕ ਸਾਰੀਆਂ ਚੀਜ਼ਾਂ ਨੂੰ ਥੋੜਾ ਥੋੜਾ ਕਰਕੇ ਬਿਹਤਰ ਨਹੀਂ ਕਰੋਗੇ, ਇਹ ਤੁਹਾਡਾ ਇਸ਼ੂ ਨਹੀਂ ਰਿਜ਼ੋਲਵ ਹੋ ਸਕਦਾ। ਮਤਲਬ ਅਰਸਲਾਨ ਸਾਹਿਬ ਨੇ ਬੜੀ ਮੁਫੀਦ ਗੱਲਾਂ ਦੱਸੀਆਂ। ਜੇ ਜ਼ਮੀਨਦਾਰ ਹਜ਼ਰਾਤ ਸਾਡੇ ਭਰਾ ਚਾਹੁੰਦੇ ਆ ਕਿ ਉਹਨਾਂ ਦੇ ਜਾਨਵਰ ਗਬਨ ਰਹਿਣ ਠਹਿਰਨ, ਤਾਂ ਜਿੰਨੇ ਇਹਨਾਂ ਨੇ ਮੇਨ ਪੁਆਇੰਟ ਉਹ ਦੱਸ ਦਿੱਤੇ ਆ, ਉਹਨਾਂ ਦੇ ਬਾਰੇ ਗੌਰ ਫਿਕਰ ਕਰਨ ਤੇ ਆਪਣੇ ਫਾਰਮ ਤੇ ਦੇਖਣ ਕਿ ਉਹ ਕਿਹੜੀ ਸ਼ੈ 'ਚ ਕਮੀ ਕਰਦੇ ਆ, ਤੇ ਕਿਸੇ ਜ਼ਮੀਨਦਾਰ ਭਾਈ ਨੂੰ ਇਹ ਮਸਾਇਲ ਦਾ ਸਾਹਮਣਾ ਹੈ ਤੇ ਅਰਸਲਾਨ ਭਾਈ ਮੌਜੂਦ ਨੇ, ਇਹ ਰਹਿਨਮਾਈ ਲਈ ਵੀ ਮੌਜੂਦ ਨੇ ਤੇ ਕੰਸਲਟੈਂਸੀ ਸਰਵਿਸ ਲਈ ਵੀ ਮੌਜੂਦ ਨੇ। ਇਹ ਤੁਹਾਡੇ ਫਾਰਮ ਤੇ ਆ ਕੇ ਵੀ ਤੁਹਾਡੇ ਨਾਲ ਕੰਸਲਟੈਂਸੀ ਦੇਣਗੇ ਤੇ ਜਿਹੜੇ ਤੁਹਾਡੇ ਫੀਡ ਵਿੱਚ ਮਸਾਇਲ ਆ ਉਹ ਵੀ ਹੱਲ ਕਰਨਗੇ। ਅੱਛਾ ਅਰਸਲਾਨ ਭਾਈ, ਇਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਗੱਲ ਇਹ ਹੈ ਕਿ ਜਦੋਂ ਨੌਜ਼ਾਇਦਾ ਬੱਚਾ, ਮਤਲਬ ਨਿਊ ਨੈਟਲ ਕੇਅਰ ਵੀ ਜਿਹਨੂੰ ਅਸੀਂ ਕਹਿੰਦੇ ਹਾਂ, ਬੱਚਾ ਪੈਦਾ ਹੋ ਗਿਆ, ਉਹਦੇ ਲਈ ਸਭ ਤੋਂ ਪਹਿਲਾਂ ਕਿਹੜੇ ਇਕਦਾਮਾਤ ਕਰਨੇ ਚਾਹੀਦੇ? ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਤੇ ਪਹਿਲੇ ਜਿਹੜੇ ਘੰਟੇ ਉਹ ਬੜੇ ਅਹਿਮ ਹੁੰਦੇ ਆ, ਉਦੋਂ ਜਿਹੜੀ ਕੇਅਰ ਹੋ ਜਾਵੇ ਉਹ ਪੂਰੀ ਜ਼ਿੰਦਗੀ ਤੇ ਅਸਰਅੰਦਾਜ਼ ਹੁੰਦੀ ਹੈ। ਇਹ ਜਿਹੜਾ ਹੈ ਨਾ, ਜਦੋਂ ਕਾਵਿੰਗ ਹੋ ਜਾਂਦੀ ਹੈ ਜੀ ਜੀ, ਪਹਿਲੇ 2 ਘੰਟੇ ਗਾਏ ਔਰ ਉਸਦੇ ਬੱਚੇ ਵਾਸਤੇ, ਗਾਏ ਜਾਂ ਮੱਝ, ਕਿਉਂਕਿ ਸਾਡਾ ਇਲਾਕਾ ਜ਼ਿਆਦਾ ਅਸੀਂ ਪਿੰਡਾਂ ਦੇ ਵਿੱਚ ਮੱਝਾਂ ਰੱਖੀਆਂ ਤੇ ਅਸੀਂ ਗਾਏ ਜਾਂ ਮੱਝ ਜਾਨਵਰ ਨੂੰ ਅਸੀਂ ਕਹਿ ਲੈਂਦੇ ਕਿ ਇਹ ਜਿਹੜੇ ਪਹਿਲੇ 2 ਘੰਟੇ ਨੇ ਜੀ ਜੀ, ਮਾਂ ਔਰ ਉਸਦੇ ਬੱਚੇ ਵਾਸਤੇ ਬਹੁਤ ਜ਼ਰੂਰੀ ਹੁੰਦੇ ਨੇ। ਕਿ ਜਦੋਂ ਜਾਨਵਰ ਬੱਚਾ ਦੇ ਲਿਆ, ਤੁਸੀਂ ਦੇਖਿਆ ਕਿ ਬੱਚਾ ਠੀਕ ਹੈ, ਅਗਰ ਤੁਹਾਡੇ ਕੋਲ ਖੁਦ ਇਤਨਾ ਤਜਰਬਾ ਹੈ ਤੇ ਠੀਕ ਹੈ, ਤੁਸੀਂ ਗਾਏ ਦੇ ਅੰਦਰ ਹੱਥ ਪਾਓ ਜਾਂ ਮੱਝ ਦੇ ਅੰਦਰ ਹੱਥ ਪਾਓ, ਚੈੱਕ ਕਰੋ ਕਿ ਅੰਦਰ ਕੋਈ ਦੂਸਰਾ ਬੱਚਾ ਤਾਂ ਨਹੀਂ ਹੈ। ਠੀਕ ਹੈ। ਅਗਰ ਤੁਸੀਂ ਚੈੱਕ ਕਰ ਦਿੰਦੇ ਹੋ ਟਵਿਨ, ਮਤਲਬ ਹਾਂਜੀ ਟਵਿਨ, ਠੀਕ ਹੈ। ਕਿਉਂਕਿ ਬਾਅਦ ਔਕਾਤ ਅਸੀਂ ਕਹਿੰਦੇ ਆ ਕਿ ਯਾਰ ਬੱਚਾ ਦੇ ਲਿਆ, ਬੱਚਾ ਵੇਲਾ ਆਇਆ, ਢਿੱਡ ਵੇਲਾ ਹੋ ਗਿਆ, ਅੰਦਰ ਦੂਸਰਾ ਬੱਚਾ ਵੀ ਹੁੰਦਾ ਹੈ। ਕਿਉਂਕਿ ਅਸੀਂ ਨਹੀਂ ਵੇਖਿਆ ਕਿ ਇਨਸਾਨਾਂ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਹੈ। ਬਿਲਕੁਲ ਸਹੀ। ਤੁਸੀਂ ਜਾਨਵਰਾਂ ਵਿੱਚ ਨਹੀਂ ਪ੍ਰੈਡਿਕਟ ਕਰ ਸਕਦੇ ਹੋ, ਬਟ ਸਾਡੇ ਪ੍ਰੈਕਟਿਸ ਨਹੀਂ ਹੈ, ਇਸ ਲਈ ਤੁਹਾਨੂੰ ਉਹਦੇ ਸਰਵਾਈਕਲ ਰੀਜਨ ਵਿੱਚ ਹੱਥ ਪਾ ਕੇ ਚੈੱਕ ਕਰਨਾ ਪਏਗਾ ਕਿ ਦੂਸਰਾ ਬੱਚਾ ਤਾਂ ਨਹੀਂ ਹੈ। ਅਗਰ ਨਹੀਂ ਹੈ ਤਾਂ ਤੁਸੀਂ ਕੋਈ ਅੱਛਾ ਐਂਟੀਬਾਇਓਟਿਕ ਸਪਰੇ ਲੈ ਕੇ, ਜਿਸ ਤਰ੍ਹਾਂ ਸੁਪਰ ਸਪਰੇ ਇੱਕ ਹੈ, ਉਹ ਗਾਏ ਦੇ ਬੱਚਾਦਾਨੀ ਦੇ ਵਿੱਚ ਸਪਰੇ ਕਰ ਦਿਓ ਤਾਂ ਕਿ ਕੋਈ ਇਨਫੈਕਸ਼ਨ ਨਾ ਹੋ ਸਕੇ। ਬਿਲਕੁਲ ਸਹੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਕੋਸ਼ਿਸ਼ ਕਰਨੀ ਹੈ ਜਾਨਵਰ ਨੂੰ ਅੱਧੇ ਤੋਂ ਪੌਣਾ ਘੰਟਾ ਦਿਓ ਤਾਂ ਕਿ ਉਹ ਆਪਣੇ ਬੱਚੇ ਨੂੰ ਅੱਛੀ ਤਰ੍ਹਾਂ ਚੱਟ ਕੇ ਖੁਸ਼ਕ ਕਰੇ, ਸਾਫ਼ ਕਰੇ। ਅਸੀਂ ਕਾਲੀ ਕੀ ਕਰਦੇ ਹਾਂ, ਜਾਨਵਰ ਨੇ ਬੱਚਾ ਦੇ ਲਿਆ, ਕੋ ਤਪੜੀ ਫੜੀ, ਕੋ ਕਪੜਾ ਫੜਿਆ, ਪਰਾਲੀ ਫੜੀ, ਬੱਚੇ ਨੂੰ ਛੇਤੀ ਛੇਤੀ ਸਾਫ਼ ਕਰੋ, ਛੇਤੀ ਸਾਫ਼ ਕਰ ਦੇ। ਇਹ ਬਹੁਤ ਰੋਂਗ ਪ੍ਰੈਕਟਿਸ ਹੈਗੀ ਹੈ। ਜਦੋਂ ਜਾਨਵਰ ਆਪਣੇ ਬੱਚੇ ਨੂੰ ਚੱਟਦਾ ਹੈ, ਉਹਦੇ 2 ਫਾਇਦੇ ਨੇ। ਇੱਕ ਤੇ ਜਦੋਂ ਬੱਚੇ ਨੂੰ ਜਾਨਵਰ ਨੇ ਚੱਟਣਾ ਹੈ, ਉਹਦੀ ਬਲੱਡ ਸਰਕੂਲੇਸ਼ਨ ਬਿਹਤਰ ਹੁੰਦੀ ਹੈ, ਉਹਦੇ ਨਾਲ ਉਹ ਆਪਣੇ এনवायरमेंट ਦੇ ਟੈਂਪਰੇਚਰ ਦੇ ਨਾਲ ਰਿਲੇਟ ਕਰ ਜਾਂਦਾ ਹੈ। ਦੂਸਰਾ, ਜਦੋਂ ਜਾਨਵਰ ਆਪਣੇ ਬੱਚੇ ਨੂੰ ਚੱਟਦਾ ਹੈ, ਉਹਦੇ ਉੱਤੇ ਜਿੰਨਾ ਵੀ ਮਵਾਦ ਲੱਗਾ ਹੁੰਦਾ ਹੈ, ਉਹ ਜਦੋਂ ਜਾਨਵਰ ਦੇ ਅੰਦਰ ਜਾਂਦਾ ਹੈ, ਨੈਚੁਰਲੀ ਉਹਦੇ ਅੰਦਰ ਆਕਸੀਟੋਸਿਨ ਸਿਕ੍ਰੀਟ ਹੁੰਦਾ ਹੈ, ਜਿਹੜਾ ਉਹਦੇ ਮਿਲਕ ਲੈਟ ਡਾਊਨ ਨੂੰ ਏਡ ਕਰਦਾ ਹੈ। ਜਦੋਂ ਅਸੀਂ ਜਾਨਵਰ ਨੂੰ ਚੋਣ ਵਾਸਤੇ ਥੱਲੇ ਪੈਂਦੇ ਹਾਂ ਜਾਂ ਮਸ਼ੀਨ ਲਾਉਂਦੇ ਹਾਂ, ਜਦੋਂ ਜਾਨਵਰ ਨੇ ਅੱਧਾ ਪੌਣਾ ਘੰਟਾ ਆਪਣੇ ਬੱਚੇ ਨੂੰ ਚੱਟਿਆ ਹੁੰਦਾ ਹੈ, ਨੇਚਰਲੀ ਉਹਦੇ ਅੰਦਰ ਅੱਲਾਹ ਪਾਕ ਨੇ ਸਿਸਟਮ ਹੈ ਆਕਸੀਟੋਸਿਨ ਰਿਲੀਜ਼ ਕਰਦਾ ਹੈ। ਬਿਲਕੁਲ ਸਹੀ। ਜਦੋਂ ਆਕਸੀਟੋਸਿਨ ਰਿਲੀਜ਼ ਕਰਦਾ ਹੈ, ਅਸੀਂ ਜਾਨਵਰ ਨੂੰ ਚੋਣੇ ਆ, 2 ਤੋਂ 3 ਲੀਟਰ ਦੁੱਧ ਕੱਢੋ। ਉਹਦਾ ਬਾਅਦ ਇਹਦੀਆਂ 2 ਪ੍ਰੈਕਟਿਸਿਸ ਨੇ। ਐਗਜ਼ੋਟਿਕ ਬਰੀਡਸ ਵਿੱਚ ਕੁਝ ਫਾਰਮ ਹੈ ਜਿਹੜੇ ਕੁਝ ਫਾਰਮ ਅਗਰੈਸਿਵ ਹੈਗੇ ਨੇ, ਉਹ ਕਹਿੰਦੇ ਕਿ ਜਾਨਵਰ ਨੂੰ ਪੂਰਾ ਚੋ, ਫੁੱਲ ਮਿਲਕਿੰਗ ਕਰੋ। ਕੁਝ ਕਹਿੰਦੇ ਨੇ ਹਾਫ ਮਿਲਕਿੰਗ ਕਰੋ। ਦੋਨੋਂ ਪ੍ਰੈਕਟਿਸ ਠੀਕ ਨੇ, ਦੋਨੋਂ ਹੋ ਰਹੀਆਂ ਨੇ, ਪਰ ਕੋਸ਼ਿਸ਼ ਇਹ ਕਰੋ ਕਿ ਪਹਿਲੇ 2 ਘੰਟੇ ਦੇ ਅੰਦਰ ਜਾਨਵਰ ਨੂੰ ਚੋ ਲਵੋ। ਜਦੋਂ ਅਸੀਂ ਜਾਨਵਰ ਨੂੰ ਚੋ ਲਵਾਂਗੇ ਕੰਪਲੀਟ, ਹਾਂਜੀ, ਉਹਦਾ ਮਿਲਕਿੰਗ ਕਰੋ। ਉਹ ਦੁੱਧ ਚੋਗੇ, ਟੈਂਪਰੇਚਰ ਤੇ ਲਿਆ ਕੇ 39-40 ਸੈਲਸੀਅਸ ਲਿਆ ਕੇ ਬੱਚੇ ਨੂੰ ਕਮ ਸੇ ਕਮ 2 ਲੀਟਰ ਬੋਲੀ ਜਿਹੜੀ ਹੈ ਉਹ ਦਵੋ। ਉਹ ਜਦੋਂ ਅਸੀਂ ਦੁੱਧ ਚੋ ਲਵਾਂਗੇ, ਇੱਕ ਤੇ ਬੱਚੇ ਨੂੰ ਦੁੱਧ ਦੇਵਾਂਗੇ, ਦੂਸਰਾ ਜਿਹੜਾ ਹੈ ਜਾਨਵਰ ਨੂੰ ਫਾਇਦਾ ਜਿਹੜਾ ਹੋਏਗਾ, ਉਹ ਨੈਚੁਰਲੀ ਜੇਰ ਜਿਹੜੀ ਹੈ ਉਹ ਬਾਹਰ ਆ ਜਾਏਗੀ। ਅਗਰ ਅਸੀਂ ਜਾਨਵਰ ਨੂੰ ਦੁੱਧ ਉਹਦਾ ਨਹੀਂ ਚੋਵਾਂਗੇ, ਜਾਨਵਰ ਦੀ ਜੇਰ ਵੀ ਅਟਕ ਜਾਏਗੀ ਔਰ ਉਹਦੇ ਹਵਾਨੇ ਤੇ ਅਕੜਾਓ ਪੈਦਾ ਹੋਏਗਾ। ਹਵਾਨੇ 'ਚ ਅਕੜਾਓ ਪੈਦਾ ਹੋਏਗਾ। ਤੁਸੀਂ ਜਨਾਬ ਜਦੋਂ ਦੁੱਧ ਚੋ ਲਿਆ, ਬੱਚੇ ਨੂੰ ਪਿਆ ਲਿਆ, ਫਿਰ ਕੋਸ਼ਿਸ਼ ਕਰੋ ਕਿ ਬੱਚੇ ਨੂੰ ਜਿਹੜਾ ਹੈ ਮਾਂ ਨਾਲ ਲਹਿਦਾ ਕਰ ਦਿਓ। ਠੀਕ ਹੈ। ਫਿਰ ਤੁਹਾਡਾ ਧਿਆਨ ਹੋਣਾ ਚਾਹੀਦਾ ਮਾਂ ਵੱਲ। ਤੁਸੀਂ ਮਾਂ ਨੂੰ, ਉਹਦੀ ਨੂੰ, ਗਾਏ ਨੂੰ ਜਾਂ ਮੱਝ ਨੂੰ 1 ਬੋਤਲ ਜਿਹੜੀ ਹੈ ਮਿਲਫੋਨ ਸੀ ਦੀ ਦਿਓ ਤਾਂ ਕਿ ਜਾਂ ਉਹਨੂੰ ਜਿਹੜੀ ਹੈ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਨਾ ਹੋ ਸਕੇ, ਕਿਉਂਕਿ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਅਗਰ ਹੋ ਜਾਏਗੀ, ਉਹ ਸਿੱਧਾ ਮਿਲਕ ਫੀਵਰ ਜਿਹੜਾ ਹੈ ਉਹ ਬਾਇਸ ਬਣੇਗਾ ਉਹਦਾ। ਹਾਂਜੀ, ਤੇ ਜਾਨਵਰ ਜੇ ਤੁਹਾਡਾ ਬੈਠ ਗਿਆ, ਉਹ ਤੁਹਾਡਾ ਕਾਫੀ ਨੁਕਸਾਨ ਕਰੇਗਾ। ਉਹਦੇ ਨਾਲ ਉਹਨੂੰ ਕੋਈ ਵਿਟਾਮਿਨ ਦੀ ਕੋਈ ਦਿਓ, ਕੋਈ 25-30 ml ਵਿਟਾਮਿਨ ਬੀ ਦੇ ਸਕਦੇ ਹੋ ਤੁਸੀਂ। ਇੱਥੇ ਪਾਕਿਸਤਾਨ 'ਚ ਅਸੀਂ ਕੀ ਕਰਦੇ ਹਾਂ, ਅਸੀਂ ਐਮੀਵਾਈਕਮ ਦੇ ਦਿੰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਕੈਲਸ਼ੀਅਮ ਬੋਲਸ ਦੇ ਸਕਦੇ ਹੋ ਤੁਸੀਂ। ਬਿਲਕੁਲ ਸਹੀ। ਉਸ ਤੋਂ ਬਾਅਦ ਤੁਸੀਂ ਉਹਦੀ ਫੀਡ ਬਿਹਤਰ ਕਰਨੀ ਹੈ ਔਰ ਜਿਹੜੇ ਪਹਿਲੇ 24 ਘੰਟੇ ਨੂੰ ਤੁਸੀਂ ਉੱਤੇ ਨਜ਼ਰ ਰੱਖਣੀ ਹੈ ਕਿ
ਜਾਨਵਰ ਨੇ ਜੇਰ ਕੱਢ ਦਿੱਤੀ ਗਈ ਜਾਂ ਨਹੀਂ ਕੱਢੀ। ਅਗਰ ਉਹ ਨਹੀਂ ਕੱਢਦਾ ਫਿਰ ਤੁਸੀਂ ਉਹਦੇ ਵਾਸਤੇ ਆਪਣੇ ਵੈਟਰਨਰੀਅਨ ਨਾਲ ਰਾਬਤਾ ਕਰੋ, ਆਪਣੇ ਫਾਰਮ ਮੈਨੇਜਰ ਨਾਲ ਰਾਬਤਾ ਕਰੋ ਕਿ ਜਨਾਬ ਇਹਨੇ ਜੇਰ ਨਹੀਂ ਕੱਢੀ, ਇਹਦਾ ਅਗਲਾ ਲਾਹੇ ਅਮਲ ਕੀ ਹੈ। ਬਿਲਕੁਲ ਸਹੀ। ਉਹ ਫਿਰ ਉਹ ਆਪਣਾ ਜਿਹੜੀ ਵੀ ਮੈਡੀਸਨ ਹੈ ਉਹ ਯੂਜ਼ ਕਰਨਗੇ, ਐਂਟੀਬਾਇਓਟਿਕ ਯੂਜ਼ ਕਰਨਗੇ, ਹਾਰਮੋਨ ਯੂਜ਼ ਕਰਨਾ ਹੈ, ਉਹ ਕਰਕੇ ਜਾਨਵਰ ਦੀ ਜੇਰ ਬਾਹਰ ਕਢਾ ਦੇਣਗੇ। ਉਹਦੇ ਨਾਲ ਤੁਸੀਂ ਜਾਨਵਰ ਬੱਚੇ ਨੂੰ ਹਰ 6 ਘੰਟੇ ਬਾਅਦ ਜਾਂ 8 ਘੰਟੇ ਬਾਅਦ 2 ਪ੍ਰੈਕਟਿਸ ਨੇ। 6 ਘੰਟੇ ਬਾਅਦ ਵਾਲੀ ਵੀ ਠੀਕ ਹੈ, ਇਹ ਮਾਡਰਨ ਅਪਰੋਚ ਹੈਗੀ ਹੈ। 8 ਘੰਟੇ ਵਾਲੀ ਤਰ੍ਹਾਂ ਪੁਰਾਣੀ ਹੈ, ਉਹਨੂੰ 2 ਤੋਂ 3 ਲੀਟਰ ਜਿਹੜਾ ਹੈ ਦੁੱਧ ਦੇਣਾ ਹੈ, ਗੋਲੀ ਦੇਣੀ ਹੈ। ਪਹਿਲੀ ਗੋਲੀ ਦੇਣੀ ਹੈ, ਉਸ ਤੋਂ ਬਾਅਦ ਦੂਸਰੀ ਵੀ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਿ ਦਿਓ ਉਹਨੂੰ, 2 ਗੋਲੀਆਂ ਦੇ ਦਿਓ, ਬਾਅਦ ਚ ਉਹਨੂੰ ਜਿਹੜਾ ਦੁੱਧ ਦੇ ਉਹ ਲਿਆਓ, ਉਸ ਤੋਂ ਬਾਅਦ ਮਿਲਕ ਰਿਪਲੇਸਰ ਤੇ ਲਿਆ ਕੇ ਉਹਨੂੰ ਤੁਸੀਂ ਛੱਡ ਦਿਓ। ਦੋਸਤੋ ਅੱਜ ਦਾ ਜਿਹੜਾ ਟੌਪਿਕ ਸੀ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਜਿਹੜਾ ਸਭ ਤੋਂ ਅਹਿਮ ਮਸਲਾ ਅੱਜ ਕੱਲ੍ਹ ਚੱਲ ਰਿਹਾ ਉਹਦੇ ਤੇ ਗੁਫ਼ਤਗੂ ਕਰਨ ਦੀ। ਜਿਵੇਂ ਵੀ ਕੋਈ ਕਮੀ ਪੇਸ਼ੀ ਰਹਿ ਗਈ ਹੈ ਜਾਂ ਤੁਹਾਡਾ ਸਵਾਲ ਹੈ ਤੁਸੀਂ ਕਮੈਂਟਸ ਤੇ ਪੋਸਟ ਕਰ ਸਕਦੇ ਹੋ। ਤੇ ਸਾਡੇ ਬਹੁਤ ਸੇ ਜ਼ਮੀਨਦਾਰ ਭਰਾ ਮਿਹਨਤ ਕਰ ਰਹੇ ਆ, ਕੋਸ਼ਿਸ਼ ਕਰ ਰਹੇ ਆ, ਲੇਕਿਨ ਇਹ ਛੋਟੀ ਛੋਟੀ ਗਲਤੀਆਂ ਜਿਨ੍ਹਾਂ ਦੇ ਉੱਤੇ ਅਸਲਾਨ ਸਾਹਿਬ ਨੇ ਰੋਸ਼ਨੀ ਪਾਈ ਹੈ ਉਹਨਾਂ ਤੇ ਤਵੱਜੋ ਦੇਣ ਦੇ ਨਾ ਬਾਇਸ ਤੇ ਕਈ ਫਾਰਮ ਤਬਾਹ ਵੀ ਹੋਏ, ਕਈ ਫਾਰਮ ਬੰਦ ਵੀ ਹੋਏ ਆ ਤੇ ਕਈ ਫਾਰਮ ਚੱਲ ਰਹੇ ਆ ਤੇ ਸਿਰਫ ਗੁਜ਼ਾਰਾ ਕਰ ਰਹੇ ਆ, ਪ੍ਰੋਫਿਟ 'ਚ ਨਹੀਂ ਜਾ ਰਹੇ। ਇਸ ਲਈ ਪ੍ਰੋਫਿਟ 'ਚ ਜਾਣ ਲਈ ਜ਼ਰੂਰੀ ਆ ਕਿ ਜਿਹੜੀ ਛੋਟੀ ਛੋਟੀ ਗੁਜ਼ਾਰਿਸ਼ਾਂ ਅਰਜ਼ ਕੀਤੀ ਗਈਆਂ ਇਹਨਾਂ ਤੇ ਅਮਲ ਕੀਤਾ ਜਾਵੇ। ਤੇ ਇਸ ਵਾਸਤੇ ਸਾਡੀ ਸਰਵਿਸਿਜ਼ ਮੌਜੂਦ ਨੇ, ਅਰਸਲਾਨ ਸਾਹਿਬ ਮੌਜੂਦ ਨੇ, ਇਹਨਾਂ ਦਾ ਰਾਬਤਾ ਨੰਬਰ ਵੀ ਦਿੱਤਾ ਜਾਏਗਾ। ਤੇ ਕੋਈ ਜ਼ਮੀਨਦਾਰ ਭਾਈ ਜਾਂ ਫਾਰਮਰ ਹਜ਼ਰਾਤ ਚਾਹੁੰਦੇ ਆ ਕਿ ਇਹ ਵਿਜ਼ਿਟ ਕਰਨਗੇ ਫਾਰਮ ਤੇ ਉੱਥੇ ਜਿਹੜੇ ਤੁਹਾਡੇ ਮਸਾਇਲ ਆ ਉਹਨੂੰ ਹਾਈਲਾਈਟ ਵੀ ਕਰਨਗੇ ਤੇ ਇਨਸ਼ਾਅੱਲਾ ਉਹਦਾ ਮਸਲੇ ਦਾ ਹੱਲ ਵੀ ਕਰਨਗੇ। ਕਿਉਂਕਿ ਜਦੋਂ ਤੱਕ ਇਹ ਛੋਟੇ ਛੋਟੇ ਮਸਾਇਲ ਇਹਨਾਂ ਨੂੰ ਇਗਨੋਰ ਕਰੋਗੇ, ਇਹਨਾਂ ਦਾ ਹੱਲ ਨਹੀਂ ਕੱਢੋਗੇ, ਉਦੋਂ ਤੱਕ ਫਾਰਮਰ ਜਿਹੜਾ ਉਹ ਪ੍ਰੋਫਿਟ ਵੱਲ ਨਹੀਂ ਜਾ ਸਕਦਾ। ਅਰਸਲਾਨ ਵੀ ਹੋਰ ਕੋਈ ਪੈਗਾਮ ਜ਼ਮੀਨਦਾਰ ਭਰਾਵਾਂ ਵਾਸਤੇ? ਬਸ ਜ਼ਮੀਨਦਾਰ ਭਰਾਵਾਂ ਵਾਸਤੇ ਪੈਗਾਮ ਇੱਕ ਹੀ ਹੈ ਕਿ ਅਸੀਂ ਬਾਜ਼ ਔਕਾਤ ਕੀ ਕਰਦੇ ਹਾਂ, ਅਸੀਂ ਛੋਟੀ ਛੋਟੀ ਚੀਜ਼ਾਂ ਨੂੰ ਨਿਗਲੈਕਟ ਕਰ ਦਿੰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਕਿ ਅਸੀਂ ਕਲੋਜ਼ਰ ਦੇ ਵਿੱਚ ਜਾਨਵਰ ਸਾਡਾ ਤਿਆਰ ਹੈ, ਜਾਨਵਰ ਨੂੰ ਅਸੀਂ ਡੀਕੈਟ ਛੱਡ ਦਿੰਦੇ ਹਾਂ, ਯਾਰ ਮਹਿੰਗਾ ਬੜਾ ਹੈ, ਇਹਦਾ ਕਿਹੜਾ ਕੋਈ ਫਾਇਦਾ ਹੈ। ਮਾਈਕਰੋ ਨਿਊਟ੍ਰੀਐਂਟਸ ਅਸੀਂ ਕੋਈ ਇਤਨਾ ਕੰਮ ਨਹੀਂ ਕਰਦੇ। ਜਾਂ ਜਨਾਬ ਇਹ ਜਾਨਵਰ ਹੈ, ਹੁਣ ਸਾਨੂੰ ਪਤਾ ਹੈ ਕਿ ਇਹ ਹੁਣ ਸਾਡੀ ਕੱਟੀ ਹੈ ਜਾਂ ਬੱਚੀ ਹੈ, ਤਿਆਰ ਹੋਣ ਵਾਲੀ ਹੈ, ਅਸੀਂ ਉਹਨੂੰ ਕੋਈ ਵੰਡਾ ਨਹੀਂ, ਕੋਈ ਕੰਸਨਟ੍ਰੇਟ ਨਹੀਂ ਦਿੰਦੇ, ਸਿਰਫ ਉਹਨੂੰ ਪੱਠੇ, ਤੂੜੀ ਤੇ ਸਾਰੇ। ਸਾਨੂੰ ਚਾਹੀਦਾ ਹੈ ਕਿ ਆਪਣੇ ਜਾਨਵਰ ਜਿਸ ਤਰ੍ਹਾਂ ਅਸੀਂ ਆਪਣੀ ਖੁਰਾਕ ਦਾ ਧਿਆਨ ਰੱਖਦੇ ਹਾਂ, ਅਸੀਂ ਇਸੇ ਤਰ੍ਹਾਂ ਆਪਣੇ ਜਾਨਵਰਾਂ ਦੀ ਅਗਰ ਖੁਰਾਕ ਦਾ ਧਿਆਨ ਰੱਖਾਂਗੇ ਤੇ ਸਾਡੇ ਦਵਾਈਆਂ ਦੇ ਅਖਰਾਜਾਤ ਉਤਨੇ ਹੀ ਘਟ ਜਾਣਗੇ, ਸਾਡੀ ਪ੍ਰੋਫਿਟੇਬਿਲਟੀ ਜਿਹੜੀ ਹੈ ਉਨੀ ਇਨਕਰੀਜ਼ ਹੋ ਜਾਏਗੀ, ਇੰਨੀ ਇਨਕਰੀਜ਼ ਹੋ ਜਾਏਗੀ। ਜਦਕਿ ਅਸੀਂ ਕੀ ਕਰਦੇ, ਸਾਡਾ ਸਾਰਾ ਜ਼ੋਰ ਇਹ ਹੁੰਦਾ ਹੈ ਜਾਨਵਰ ਬਿਮਾਰ ਹੋ ਗਿਆ ਹੈ, ਬਿਲਕੁਲ ਹੁਣ ਇਹਦਾ ਇਲਾਜ ਕਰੀਏ। ਅਸੀਂ ਜਾਨਵਰ ਨੂੰ ਬਿਮਾਰ ਹੋਣ ਤੋਂ ਪਹਿਲੇ ਹੀ ਅਸੀਂ ਕਿਉਂ ਨਹੀਂ ਉਹਨੂੰ ਅਸੈਸ ਕਰ ਲੈਂਦੇ ਕਿ ਇਹ ਜਾਨਵਰ ਥੋੜਾ ਜਿਹਾ ਢਿੱਲਾ ਹੈ ਤੇ ਇਹਦੀ ਖੁਰਾਕ ਅਸੀਂ ਬਿਹਤਰ ਕਰੀਏ। ਬਿਲਕੁਲ ਸਹੀ। ਅਗਰ ਅਸੀਂ ਜਾਨਵਰ ਦੀ ਖੁਰਾਕ ਹੀ ਬਿਹਤਰ ਕਰ ਦਿਆਂਗੇ ਤੇ ਜਾਨਵਰ ਤੁਹਾਡਾ ਬਿਮਾਰ ਨਹੀਂ ਹੋਏਗਾ। ਜਦੋਂ ਤੁਹਾਡਾ ਜਾਨਵਰ ਬਿਮਾਰ ਨਹੀਂ ਹੋਏਗਾ, ਤੁਹਾਡੀ ਆਪੀ ਫਾਰਮ ਜਿਹੜਾ ਅੱਗੇ ਜਾਏਗਾ, ਪ੍ਰੋਫਿਟੇਬਿਲਟੀ ਵਧੇਗੀ। ਬਿਲਕੁਲ ਇਨਸ਼ਾਅੱਲਾ। ਠੀਕ ਹੈ ਅਰਸਲਾਨ ਸਾਹਿਬ, ਤੁਸੀਂ ਇੰਨਾ ਟਾਈਮ ਦਿੱਤਾ ਤੇ ਬੜਾ ਮਜ਼ਾ ਆਇਆ ਗੁਫ਼ਤਗੂ ਕਰਨ ਦਾ। ਤੁਹਾਡਾ ਸਾਰਿਆਂ ਦਾ ਵੀ ਸ਼ੁਕਰੀਆ ਸੁਣਨ ਲਈ। ਅੱਲਾ ਹਾਫਿਜ਼।